ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਭਰਵਾਂ ਸਵਾਗਤ ਹੈ ਤੇ ਮੇਰੇ ਨਾਲ ਮੌਜੂਦ ਨੇ ਸਰਦਾਰ ਸੁਰਿੰਦਰ ਸਿੰਘ ਕਿਸ਼ਨਪੁਰਾ ਜੀ। ਸੋ ਆਓ ਗੱਲ ਕਰਦੇ ਹਾਂ ਕੋਤਵਾਲੀ ਦੇ ਵਿੱਚ ਹੋਈ ਬੇਅਦਬੀ ਤੇ ਉਸ ਤੋਂ ਬਾਅਦ ਬੇਅਦਬੀ ਕਰਨ ਵਾਲਾ ਵਿਅਕਤੀ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਸੋ ਕੀ ਪੂਰਾ ਮਾਮਲਾ ਕਿਸ ਨਿਗਾਹ ਨਾਲ ਦੇਖਦੇ ਨੇ, ਆਓ ਕਰਦੇ ਹਾਂ ਗੱਲ। ਕਿਸ਼ਨਪੁਰਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕਿਸ਼ਨਪੁਰਾ ਜੀ, ਲਗਾਤਾਰ 2015 ਤੋਂ ਲੈ ਕੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਸੀਂ ਕਹਿੰਦੇ ਹਾਂ ਲਗਾਤਾਰ ਹੋ ਰਹੀਆਂ ਨੇ, ਚਾਹੇ ਉਹ ਕਿਸੇ ਵੱਲੋਂ ਕੀਤੀਆਂ ਜਾਂਦੀਆਂ ਨੇ, ਚਾਹੇ ਸੌਦਾ ਸਾਧ ਦਾ ਵੀ ਉਹਦੇ ਵਿੱਚ ਹੱਥ ਹੈ। ਔਰ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਟਾਈਮ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਕਿ ਸੱਤਾ ਦੇ ਵਿੱਚ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਦੋਂ ਮੁੱਖ ਮੰਤਰੀ ਸਨ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਏ, ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਆਏ ਅਤੇ ਹੁਣ ਭਗਵੰਤ ਮਾਨ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਨੇ ਅਤੇ ਮੁੱਖ ਮੰਤਰੀ ਬਤੌਰ ਇੱਥੇ ਜਿਹੜੇ ਸੱਤਾ ਦਾ ਭਾਗ ਲੈ ਰਹੇ ਨੇ। ਸੋ ਗੱਲ ਇਹ ਹੈ ਕਿ ਹਾਲ ਹੀ ਜਿਹੜੀ ਕੋਤਵਾਲੀ ਦੇ ਵਿੱਚ ਬੇਅਦਬੀ ਹੋਈ ਔਰ ਸਾਰੀ ਸੋਸ਼ਲ ਮੀਡੀਆ ਦੇ ਉੱਪਰ ਸਭ ਨੇ ਦੇਖੀ ਆ, CCTV ਕੈਮਰੇ 'ਚ ਕੈਦ ਹੋਈ ਆ। ਉਸ ਤੋਂ ਬਾਅਦ ਦੋਸ਼ੀ ਨੂੰ ਕੁੱਟਮਾਰ ਵੀ ਕੀਤੀ ਹੋਈ, ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਅਤੇ ਹੁਣ ਗੱਲ ਇਹ ਆ ਕਿ ਉਹ ਇਸ ਦੁਨੀਆ ਦੇ ਵਿੱਚੋਂ ਅੱਗੇ ਚਲਾ ਗਿਆ ਆ। ਸੋ ਕਿਸ ਤਰ੍ਹਾਂ ਸਾਰੇ ਮਾਮਲੇ ਨੂੰ ਤੁਸੀਂ ਦੇਖਦੇ ਹੋ, ਕਿਉਂਕਿ ਤੁਸੀਂ ਪੰਥਕ ਸਭਾ ਦੇ ਵਿੱਚ ਲੰਮੇ ਸਮੇਂ ਤੋਂ ਵਿਚਰ ਰਹੇ ਹੋ? ਮੇਜਰ ਸਿੰਘ ਜੀ, ਗੱਲ ਇਹ ਹੈ ਕਿ ਜਿਹੜੀ ਕੋਤਵਾਲੀ ਘਟਨਾ ਵਾਪਰੀ ਹੈ ਜਾਂ ਹੋਰ ਵੀ ਘਟਨਾਵਾਂ ਵਾਪਰੀਆਂ ਨੇ ਜਿਹੜੀਆਂ ਕਿ ਬੇਅਦਬੀ ਨੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਨੇ, ਉਹ ਗੱਲ ਹੈ ਕਿ ਕਿਸੇ ਨਾ ਕਿਸੇ ਸਾਜ਼ਿਸ਼ ਦੇ ਅਧੀਨ ਹੀ ਕਰ ਰਹੇ ਹੈ। ਕਿਉਂਕਿ ਬੜੇ ਦੇਰ ਦਾ ਰੌਲਾ ਪੈ ਰਿਹਾ ਸੀ ਕਿ ਰਾਸ਼ਟਰਵਾਦ ਦਾ ਰੌਲਾ ਜਿਹੜਾ ਪੈਂਦਾ, ਉਸ ਰੌਲੇ ਨੇ ਹੁਣ ਸਾਨੂੰ ਇੱਥੇ ਤੱਕ ਪਹੁੰਚਾ ਦਿੱਤਾ ਕਿ ਉਹਨਾਂ ਨੇ ਸਾਡੇ ਗੁਰੂ ਦੀ ਹੀ ਬੇਅਦਬੀ, ਕਿਉਂਕਿ ਉਹਨਾਂ ਨੇ 84 ਤੋਂ ਲੈ ਕੇ ਜਾਂ ਅਸੀਂ ਇਹ ਕਹਿ ਲਈਏ ਕਿ 1978 ਤੋਂ ਲੈ ਕੇ 1992 ਤੱਕ 14 ਸਾਲ ਸਿੱਖ ਮੁੰਡਿਆਂ ਦਾ ਜਿਹੜੇ ਅੰਮ੍ਰਿਤਧਾਰੀ ਸਿੱਖ ਸੀ ਉਹਨਾਂ ਨੇ ਕਤਲ ਕੀਤੇ, ਸਰਕਾਰਾਂ ਨੇ ਕੀਤੇ। ਉਹਦੇ ਨਾਲ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ, ਸਿੱਖਾਂ ਨੂੰ ਫਿਰ ਵੀ ਕੋਈ ਫਰਕ ਨਹੀਂ ਪਿਆ, ਭਾਵੇਂ ਕਿ ਸਿੱਖ ਬਹੁਤ ਪੰਜਾਬ ਛੱਡ ਕੇ ਬਾਹਰ ਚਲੇ ਗਏ ਹੈ। ਉਹ ਕੈਨੇਡਾ ਚਲੇ ਗਏ, ਆਸਟ੍ਰੇਲੀਆ ਚਲੇ ਗਏ, ਨਿਊਜ਼ੀਲੈਂਡ ਚਲੇ ਗਏ, ਜਾਂ ਕਿਸੇ ਵੀ ਕੰਟਰੀ 'ਚ ਹੋਰ 'ਚ ਚਲੇ ਗਏ, ਕਿ ਭਾਵੇਂ ਚਲੇ ਗਏ, ਨੌਜਵਾਨੀ ਬਹੁਤ ਚਲੇ ਗਈ ਹੈ, ਪਰ ਫਿਰ ਵੀ ਸਿੱਖਾਂ ਦਾ ਇੱਕ ਬਹੁਤ ਵੱਡਾ ਵਰਗ ਇੱਥੇ ਬੈਠਾ ਹੋਇਆ ਕਿ ਜਿਹੜਾ ਕਿ ਅਜੇ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਕਰ ਰਿਹਾ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਰਿਹਾ। ਇਹੀ ਗੱਲ ਦੂਜੇ ਧਰਮਾਂ ਵਾਲਿਆਂ ਨੂੰ ਜਾਂ ਜਿਹੜੇ ਆਪਣਾ ਰਾਸ਼ਟਰਵਾਦ ਦੀ ਗੱਲ ਚਲਾਉਂਦੇ ਨੇ, ਉਹਨਾਂ ਨੂੰ ਇਹ ਗੱਲ ਚੁੱਭਦੀ ਹੈ ਕਿ ਇਹ ਸਾਡੇ ਵਾਂਗੂ, ਜਿਵੇਂ ਅਸੀਂ ਇੱਕ 4 ਵੇਦ ਮੰਨ ਲਏ ਹੈ, ਉਹ ਵਾਂਗੂ ਇੱਕ 5ਵਾਂ ਵੇਦ ਇਹ ਮੰਨ ਲੈਣਾ। ਅਸੀਂ ਕਿਉਂ ਮੰਨ ਲਈਏ? ਸਾਡੇ ਗੁਰੂ ਸਾਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਸਾਹਮਣੇ ਗਏ ਨੇ, ਉਹਨਾਂ ਨੇ ਸਿੱਖਾਂ ਨੂੰ ਹਦਾਇਤ ਕੀਤੀ ਹੈ, ਆਗਿਆ ਪਾਈ ਹੈ ਗੱਲ ਕੀ, ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੇ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਲੇ। ਜਿਨ੍ਹਾਂ ਨੇ ਅਕਾਲ ਪੁਰਖ ਨਾਲ ਸਾਂਝ ਪਾਉਣੀ ਹੈ, ਉਹ ਇਹਦੇ 'ਚੋਂ ਭਾਈ ਸ਼ਬਦ ਨੂੰ ਗ੍ਰਹਿਣ ਕਰਨ, ਸ਼ਬਦ ਦਾ ਉਪਾਸ ਕਰਨ, ਉਹ ਸ਼ਬਦ ਦੇ ਅਭਿਆਸ ਕਰਨ ਨਾਲ ਤੁਹਾਨੂੰ ਅਕਾਲ ਪੁਰਖ ਦੀ ਕਿਰਪਾ ਹੋਵੇਗੀ, ਤੁਹਾਡੇ ਅਤੇ ਤੁਹਾਡਾ ਅਕਾਲ ਪੁਰਖ ਨਾਲ ਮੇਲ ਹੋਵੇਗਾ। ਇਹੀ ਗੱਲ ਦੂਜੀਆਂ ਧਿਰਾਂ ਨੂੰ ਸਾਡੀ ਹਮੇਸ਼ਾ ਚੁੱਭਦੀ ਹੈ। ਇਸੇ ਦੇ ਕਾਰਨ ਸਾਡੀਆਂ ਬਹੁਤ ਬੇਅਦਬੀਆਂ ਹੋਈਆਂ। ਇਹ ਬੇਅਦਬੀਆਂ ਦਾ ਬਹੁਤਾ ਕਾਰਨ ਜਦੋਂ 2015 'ਚ ਸਟਾਰਟ ਹੋਈਆਂ, ਉਦੋਂ ਇੱਕ ਬਾਦਲ ਦਲ ਜਿਹੜੀ ਇੱਕ ਪਰਿਵਾਰਵਾਦ ਅਕਾਲੀ ਦਲ 'ਤੇ ਕਾਬਜ਼ ਸੀ, ਇੱਕ ਧੜੇ 'ਤੇ, ਉਸ ਧੜੇ ਨੇ ਉਹਨਾਂ ਦੀ ਸਰਕਾਰ ਸੀ ਅਤੇ ਉਹਨਾਂ ਦੇ ਕਾਰਨ ਹੀ ਇਹ ਸਾਰੀਆਂ ਉਸ ਵੇਲੇ ਹੀ ਵਾਪਰੀਆਂ। ਕਿਉਂਕਿ ਉਸੇ ਸੌਦੇ ਸਾਧ ਨੂੰ ਜਿਹੜੇ ਨਾ 2006 'ਚ ਗੁਰੂ ਦਾ ਸਵਾਂਗ ਰਚ ਕੇ ਅੰਮ੍ਰਿਤ ਛਕਾਉਣ ਦੀ ਗੱਲ ਕੀਤੀ ਸੀ, ਸਲਾਬਤਪੁਰੇ ਜਿਹੜਾ ਕਿ ਬਠਿੰਡੇ ਜ਼ਿਲ੍ਹੇ 'ਚ ਪਿੰਡ ਪੈ ਰਿਹਾ, ਉਹ ਦੀਨਾ ਕਾਂਗੜ ਦੇ ਨੇੜੇ ਹੀ ਆ, ਸਾਹਮਣੇ ਦਿਖਦਾ ਸਲਾਬਤਪੁਰਾ, ਭਾਈ ਕਾ ਦਿਆਲਪੁਰਾ ਵੀ ਨੇੜੇ ਹੀ ਹੈ, ਜਿੱਥੋਂ ਸਾਡੇ ਮਹਾਨ ਜਰਨੈਲ ਦਵਿੰਦਰਪਾਲ ਸਿੰਘ ਭੁੱਲਰ ਨੇ ਜਿਹੜੇ ਪਿੰਡ ਦੇ, ਉਹਨਾਂ ਦੇ ਨਾਲ ਹੀ ਆ, ਸਾਹਮਣੇ ਪਿੰਡ ਉਹ ਦਿਖਦਾ ਆ ਸਲਾਬਤਪੁਰਾ। ਉੱਥੇ ਉਹਨੇ ਬੈਠ ਕੇ ਆਪਦਾ ਬਹੁਤ ਵੱਡਾ ਡੇਰਾ ਬਣਾਇਆ ਸੀ। ਉਹਨੇ ਉੱਥੇ ਆਪਦੀ ਮਤਲਬ ਉਹ ਕੱਚੀ ਲੱਸੀ ਜੀ ਘੋਲ ਕੇ ਅਤੇ ਉਹਨੂੰ ਅੰਮ੍ਰਿਤ ਛਕਾਉਣ ਦੀ ਗੱਲ ਕੀਤੀ, ਅਤੇ ਉੱਥੋਂ ਇਹ ਸਟਾਰਟ ਹੋਈਆਂ 2006 'ਚ। ਜਿਹੜੇ 2006 'ਚ ਫਿਰ ਹੁਕਮਨਾਮਾ ਜਾਰੀ ਹੋਇਆ ਸੌਦੇ ਸਾਧ ਦੇ ਵਿਰੁੱਧ, ਉਸ ਸੌਦੇ ਸਾਧ ਦੇ ਵਿਰੁੱਧ ਜਿਹੜਾ ਹੁਕਮਨਾਮਾ ਜਾਰੀ ਹੋਇਆ, ਉਹਦੀ ਇਬਾਰਤ ਜਦੋਂ ਲਿਖੀ ਗਈ ਹੈ, ਸਾਡੇ ਇੱਕ ਵੀਰ ਪੱਤਰਕਾਰ ਨੇ ਲਿਖੀ ਹੈ, ਜਦੋਂ ਅਸੀਂ ਉੱਥੇ ਹਾਜ਼ਰ ਸੀ ਉਸ ਵੇਲੇ 2006 ਦੇ ਮਈ ਮਹੀਨੇ ਦੀ ਗੱਲ ਹੈ। ਅਸੀਂ ਸ਼ਹੀਦ ਬਾਬਾ ਦੀਪ ਸਿੰਘ ਦਾ ਬੁੰਗਾ ਅਤੇ 9ਵੇਂ ਅਤੇ 10ਵੇਂ ਪਾਤਸ਼ਾਹ ਦੇ 2 ਬੁੰਗੇ ਨੇ ਉੱਥੇ, ਉਹਨਾਂ ਬੁੰਗਿਆਂ 'ਚ ਅਸੀਂ ਬੈਠ ਕੇ ਬਦਾਂਤੀ ਸਾਹਿਬ ਜਥੇਦਾਰ ਅਕਾਲ ਤਖਤ ਦੇ ਜਥੇਦਾਰ ਸੀ, ਜਥੇਦਾਰ ਜੋਗਿੰਦਰ ਸਿੰਘ ਬਦਾਂਤੀ ਜੀ,
ਉਹਨਾਂ ਨੇ ਇਹ ਹੁਕਮਨਾਮਾ ਜਾਰੀ ਕੀਤਾ। ਉਹ ਹੁਕਮਨਾਮੇ ਤੋਂ ਬਾਅਦ ਫਿਰ ਜਿਹੜੇ ਇੱਕ ਬਾਦਲ ਦਲ ਦਾ ਪਰਿਵਾਰ ਦਾ ਇੱਕ ਧੜੇ 'ਤੇ ਕਬਜ਼ਾ ਹੋ ਕੇ ਸਰਕਾਰ 'ਤੇ ਉਹ ਰਾਜ ਕਰ ਰਹੀ ਸੀ, ਉਹਨਾਂ ਨੇ ਕਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਸਿੱਖਾਂ ਦੀ ਨੁਮਾਇੰਦਗੀ ਕਰ ਰਹੇ ਹਾਂ। ਉਹਨਾਂ ਨੇ ਮਤਲਬ ਕਦੇ ਸੌਦਾ ਸਾਧ ਨੂੰ ਉਂਗਲ ਲਾ ਕੇ ਉਹਨੂੰ ਚੱਕ ਦਿੱਤਾ, ਕਦੇ ਆਸ਼ੂਤੋਸ਼ ਨੂੰ ਚੱਕ ਦਿੱਤਾ, ਕਦੇ ਕਿਸੇ ਦੇ ਮਗਰ ਲੱਗ ਗਏ, ਕਦੇ ਕਿਸੇ ਦੇ ਮਗਰ ਲੱਗ ਗਏ, ਕਦੇ RSS ਦੇ ਨਾਲ ਲੱਗ ਗਏ, ਕਦੇ BJP ਦੇ ਸਪੋਰਟ ਲੈ ਲਈ। ਉਹਨਾਂ ਨੇ ਕੋਸ਼ਿਸ਼ ਕਦੇ ਸਿੱਖਾਂ ਦੀ ਮਤਲਬ ਸਪੋਰਟ ਲੈਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਅੱਜ ਤੱਕ ਨਹੀਂ ਕੀਤੀ। ਉਹਨਾਂ ਨੇ 77 ਦੀ ਸਰਕਾਰ ਵਿੱਚ ਸਿੱਖਾਂ ਨੇ ਉਹਨਾਂ ਦੀ ਬਹੁਤ ਵੱਡੀ ਸਰਕਾਰ ਬਣਾ ਦਿੱਤੀ ਸੀ ਮਾਰਚ 1977 'ਚ। ਉਹ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਸਰਕਾਰ ਸੀ। ਉਸ ਤੋਂ ਬਾਅਦ ਜਿਹੜੀਆਂ ਦੁਬਾਰਾ ਸਰਕਾਰਾਂ ਆਈਆਂ, ਉਸ ਤੋਂ ਬਾਅਦ ਇੱਕ ਵਾਰ ਸਰਕਾਰ ਦੁਬਾਰਾ ਕੋਸ਼ਿਸ਼ ਕੀਤੀ ਹੈ ਸਿੱਖਾਂ ਨੇ ਬਣਾਉਣ ਦੀ, ਫਿਰ ਦੁਬਾਰਾ 1985 'ਚ ਉਹ ਸਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣੀ ਸੀ। ਉਹ ਸਰਕਾਰ ਵੀ 19 ਮਹੀਨੇ ਚੱਲੀ ਹੈ। ਉਹਦੇ 'ਚ ਆਮ ਸਿੱਖਾਂ ਨੇ ਵੋਟਾਂ ਉਸ ਵੇਲੇ, ਕਿਉਂਕਿ ਸਿੱਖ ਬਹੁਤ ਜ਼ਿਆਦਾ ਹੈ। 1984 ਦੇ ਜਿਹੜਾ ਸਾਡੇ 'ਤੇ ਘੱਲੂਘਾਰਾ ਵਾਪਰਿਆ ਸੀ, ਜਿਹਦੇ 'ਚ ਸੰਤ ਜਰਨੈਲ ਸਿੰਘ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਹੋਈ, ਭਾਈ ਅਮਰੀਕ ਸਿੰਘ ਦੀ ਸ਼ਹਾਦਤ ਹੋਈ, ਬਾਬਾ ਠਾਰਾ ਸਿੰਘ ਦੀ ਅਤੇ ਜਰਨਲ ਸਵੇਕ ਸਿੰਘ ਦੀ, ਤਾਂ ਜਾਂ ਹੋਰ ਹਜ਼ਾਰਾਂ ਹੀ ਸਿੱਖਾਂ ਦੀਆਂ ਸਾਡੀਆਂ ਲਾਸ਼ਾਂ 'ਤੇ ਸਾਨੂੰ ਉਹਨਾਂ 'ਤੇ ਉਹ ਸ਼ਹੀਦਾਂ 'ਤੇ ਮਾਣ ਹੈ। ਉਹਨਾਂ ਦੇ ਕਾਰਨ ਸਾਡੇ ਇੱਕ ਮਨ ਵਿੱਚ ਰੋਸ ਸੀ ਕਾਂਗਰਸ ਦੇ ਵਿਰੁੱਧ। ਉਹ ਕਾਂਗਰਸ ਸਰਕਾਰ ਦੇ ਵਿਰੁੱਧ ਉਦੋਂ ਲੋਕਾਂ ਨੇ ਵੋਟਾਂ ਪਾਈਆਂ ਸੀ। ਉਹ ਵੋਟਾਂ ਪਾਉਣ 'ਤੇ ਸਾਰਾ ਕੁਛ ਹੀ ਮਤਲਬ ਚੇਂਜ ਹੋ ਗਿਆ ਸੀ। ਇਹ ਦੋ ਸਰਕਾਰਾਂ ਬੜੀਆਂ ਜ਼ਬਰਦਸਤ ਬਣੀਆਂ ਸੀ, 1977 ਦੀ ਸਰਕਾਰ ਐਮਰਜੈਂਸੀ ਤੋਂ ਬਾਅਦ ਅਤੇ ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ 1985 ਦੀ ਸਰਕਾਰ। ਇਹ ਦੋ ਸਰਕਾਰਾਂ ਬੜੀਆਂ ਜ਼ਬਰਦਸਤ ਬਣੀਆਂ ਸੀ, ਜਿਹਦੇ ਵਿੱਚ ਅਕਾਲੀਆਂ ਨੂੰ ਸਿੱਖਾਂ ਨੇ ਵੋਟਾਂ ਪਾਈਆਂ ਸੀ। ਉਸ ਤੋਂ ਬਾਅਦ ਕਦੇ ਸਿੱਖਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਜਾਂ ਕਿਸੇ ਹੋਰ ਸਰਕਾਰ ਨੂੰ ਵੋਟ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਬਾਦਲ ਦਲ ਨੂੰ ਤਾਂ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਇਹਨਾਂ ਨੇ ਫਿਰ ਜਦੋਂ ਇਹਨਾਂ ਦੀ ਲਗਾਤਾਰ 2007 ਤੋਂ ਲੈ ਕੇ 2017 ਤੱਕ ਸਰਕਾਰ ਰਹੀ, ਉਹਦੇ ਵਿੱਚ ਫਿਰ ਇਹਨਾਂ ਨੇ 2016 'ਚ ਜਦੋਂ ਹੁਕਮਨਾਮੇ ਵਾਲਾ ਦੁਬਾਰਾ ਉਹਨੂੰ ਵਾਪਸ ਕਰਾਉਣ ਦੀ ਗੱਲ ਕੀਤੀ, ਅਤੇ ਉਸ ਹੁਕਮਨਾਮੇ 'ਚੋਂ ਜਦੋਂ ਹੁਕਮਨਾਮਾ ਵਾਪਸ ਨਾ ਹੋਇਆ, ਉਸ ਹੁਕਮਨਾਮੇ ਦੇ ਵਿੱਚ ਹਾਲਾਂਕਿ ਦੋ ਜਥੇਦਾਰਾਂ ਦੀ ਵੀ ਵਿਚਾਰਿਆਂ ਦੀ ਸ਼ਹਾਦਤ ਹੀ ਲਾ ਲਈਏ ਹੋ ਗਈ ਹੈ, ਉਹ ਚੜ੍ਹਾਈ ਕਰ ਗਏ। ਮੱਲ ਸਿੰਘ ਨੂੰ ਵੀ ਚੜ੍ਹਾਈ ਕਰ ਗਏ, ਗਿਆਨੀ ਤਲੋਚਨ ਸਿੰਘ ਨੂੰ ਵੀ ਚੜ੍ਹਾਈ ਕਰ ਗਏ, ਅਨੰਦਪੁਰ ਸਾਹਿਬ ਦੇ ਜਥੇਦਾਰ ਦੋ ਮੈਂ ਆਪਣੇ ਅੱਖੀਂ ਦੇਖੇ ਨੇ ਉਹ ਸਾਹਮਣੇ। ਪਰ ਉਹਨਾਂ ਦੇ ਕਾਰਨ ਉਹ ਜਿਹੜਾ ਹੁਕਮਨਾਮਾ ਸੀ, ਜਿਹੜਾ 2006 'ਚ ਹੁਕਮਨਾਮਾ ਸੌਦੇ ਸਾਧ ਦੇ ਵਿਰੁੱਧ ਜਾਰੀ ਹੋਇਆ ਸੀ, ਉਹਦੀ ਇਬਾਰਤ 10 ਜੂਨ 1978 ਦੇ ਨਿਰੰਕਾਰੀਆਂ ਦੇ ਹੁਕਮਨਾਮੇ ਦੇ ਵਿਰੁੱਧ ਜਾਰੀ ਕੀਤੇ ਵਿਰੁੱਧ ਹੁਕਮਨਾਮੇ ਤੋਂ ਵੀ ਜ਼ਬਰਦਸਤ ਸੀ ਜ਼ਿਆਦਾ, ਕਿਉਂਕਿ ਉਹ ਸਾਡੀ ਆਪਦੀ ਹੱਥੀਂ ਲਿਖੀ ਹੋਈ ਸੀ, ਸਾਨੂੰ ਪਤਾ ਸੀ ਉਹਦਾ, ਉਹ ਇਬਾਰਤ ਅਸੀਂ ਆਪ ਦੇਖੀ ਸੀ। ਉਹ ਜਦੋਂ ਹੁਕਮਨਾਮਾ ਵਾਪਸ ਕਰਾਉਣ ਦੀਆਂ ਗੱਲਾਂ ਚੱਲੀਆਂ, ਉਹਦੇ ਵਿੱਚ 2015 'ਚ ਸੌਦੇ ਸਾਧ ਨੇ ਮਹਿੰਦਰਪਾਲ ਬਿੱਟੂ ਜਾਂ ਬਰਗਾੜੀ ਵਾਲੇ ਹੋਰ ਮਤਲਬ ਸਾਰੀਆਂ ਉਹ ਬੇਅਦਬੀਆਂ ਸਾਡੀਆਂ ਹੋਈਆਂ। ਉਹ ਬੇਅਦਬੀਆਂ ਤਾਂ ਉੱਥੋਂ ਸਟਾਰਟਿੰਗ ਹੋਈ। ਉਸ ਸਟਾਰਟਿੰਗ ਤੋਂ ਵੀ ਇਹ ਇੱਕ ਬਾਦਲ ਦਲ, ਇੱਕ ਪਰਿਵਾਰ ਸਮਝ ਨਹੀਂ ਸਕਿਆ ਕਿ ਸਿੱਖ ਕਿੱਥੇ ਖੜ੍ਹੇ ਨੇ, ਅਸੀਂ ਕਿੱਥੇ ਖੜ੍ਹੇ ਹਾਂ। ਉਹ ਟੁੱਟਦੇ ਚਲੇ ਗਏ, ਪਿੱਛੇ ਚਲੇ ਗਏ। ਉਹ ਬੇਅਦਬੀਆਂ ਦਾ ਇਹਨਾਂ ਨੇ ਮਤਲਬ ਇੱਕ ਕਿਸਮ ਦਾ ਮੁੱਢ ਬੰਨ੍ਹ ਦਿੱਤਾ, ਅਤੇ ਉੱਥੋਂ ਬੇਅਦਬੀਆਂ ਸਟਾਰਟ ਹੋ ਗਈਆਂ। ਹਰੇਕ ਗੁਰਦੁਆਰੇ 'ਚ ਹੁਣ ਗੁਰੂ ਘਰਾਂ 'ਚ, ਜਿੱਥੇ ਪਿੰਡਾਂ 'ਚ ਵੀ ਗੁਰਦੁਆਰੇ ਨੇ ਜਾਂ ਸ਼ਹਿਰਾਂ 'ਚ ਵੀ ਗੁਰਦੁਆਰੇ ਨੇ ਜਾਂ ਕਿਤੇ ਡੇਰਿਆਂ 'ਚ ਵੀ ਗੁਰਦੁਆਰੇ ਨੇ, ਉੱਥੇ ਇਹ ਬਹੁਤ ਵੱਡੀ ਗੱਲ ਸੀ ਕਿ ਸਾਰੀ ਦੁਨੀਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੀ ਸੀ ਜਾ ਕੇ, ਭਾਵੇਂ ਉਹ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਈਸਾਈ ਹੋਵੇ, ਭਾਵੇਂ ਬੋਧੀ ਹੋਵੇ, ਜੈਨੀ ਹੋਵੇ, ਜਿਹੜੇ ਵੀ ਉਸ ਗੁਰਦੁਆਰਿਆਂ 'ਚ ਕਾਸਟਾਂ ਦੇ ਬੰਦੇ ਵੀ ਜਾਂਦੇ ਸੀ, ਉਹ ਸਾਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਸੀ। ਭਾਵੇਂ ਉਹ ਕਿਸੇ ਵੀ ਡੇਰੇ 'ਚ, ਅਦਾਸੀਆਂ ਦੇ ਡੇਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਭਾਵੇਂ ਕਿ ਕਿਸੇ ਹੋਰ ਨਿਰਮਲਿਆਂ ਦੇ ਡੇਰੇ 'ਚ ਸੀ, ਜਾਂ ਕਿਸੇ ਮਸਤਾਂ ਦੇ ਡੇਰੇ 'ਚ ਸੀ, ਜਾਂ ਕਿਤੇ ਵੀ ਸੀ, ਜਾਂ ਗੁਰਦੁਆਰਿਆਂ 'ਚ ਸੀ। ਇਹ ਇੱਕ ਮਤਲਬ ਉਦੋਂ ਲੜੀ ਤੁਰ ਗਈ। ਉਹ ਲੜੀ ਤੋਂ ਬਾਅਦ ਫਿਰ ਲਗਾਤਾਰ ਬੇਅਦਬੀਆਂ, ਉਸ ਬੇਅਦਬੀਆਂ ਦੇ ਇਵਜ 'ਚ ਆ ਕੇ ਮਰੰਡੇ ਵਾਲੀ ਬੇਅਦਬੀ 24 ਅਪ੍ਰੈਲ ਨੂੰ ਹੋਈ। ਉਸ ਬੇਅਦਬੀ ਦਾ ਸਭ ਤੋਂ ਵੱਡਾ ਕਾਰਨ ਇਹ ਹੈ, ਸਭ ਤੋਂ ਵੱਡਾ ਜੋ ਮੈਂ ਗ੍ਰਹਿਣ ਕੀਤਾ ਜਾਂ ਮੈਨੂੰ ਪਤਾ ਆ, ਮੈਂ ਬੜਾ ਨੇੜੇ ਰਿਹਾ ਉਹਨਾਂ ਦੇ, ਕਿਉਂਕਿ ਬਾਈ ਸੁਰਮੁਖ ਸਿੰਘ ਨੇ ਉੱਥੇ ਸਟਾਰਟਿੰਗ ਦੀ ਕਾਰ ਸੇਵਾ ਜਿਹੜੀ ਮਰੰਡੇ ਦੀ ਸ਼ਹੀਦਗੰਜ ਗੁਰਦੁਆਰੇ ਦੀ ਅਤੇ ਕੋਤਵਾਲੀ ਦੀ ਸ਼ੁਰੂ ਕੀਤੀ ਸੀ, ਉਹ ਬਾਈ ਸੁਰਮੁਖ ਸਿੰਘ ਨੇ ਕੀਤੀ ਸੀ। ਤਾਂ ਸੁਰਮੁਖ ਸਿੰਘ ਸਾਡਾ ਅਸੀਂ ਨੇੜੇ ਰਹੇ ਹਾਂ ਸਾਰਿਆਂ ਦੇ, ਬਾਈ ਦੀਪ ਸਿੰਘ ਦੀ ਵੀ ਉੱਤੇ ਰਹੇ ਹੈ, ਹੋਰ ਵੀ ਸਿੰਘ ਰਹੇ ਨੇ। ਅੱਜ ਦੀ ਤਰੀਕ 'ਚ ਉੱਥੇ ਜੱਸਾ ਸੀ ਸੇਵਾ ਕਰ ਰਿਹਾ, ਜਾਂ ਹੋਰ ਨੇ ਜਾਂ ਸਿੰਘ ਨੇ ਕਾਫੀ ਨੇ, ਚਲੋ ਬਹੁਤ ਸਿੰਘ ਉੱਥੇ ਕਰਦੇ ਨੇ। ਉਹ ਗੱਲ ਲੜਾਈ ਇੱਥੇ ਆ ਗਈ ਹੈ ਕਿ ਜਿਹੜਾ ਸ਼ਹੀਦਗੰਜ ਗੁਰਦੁਆਰਾ ਸੀ, ਉਹ ਸਿੱਖਾਂ ਦੀ ਲਿਖਤ ਪੜ੍ਹਤ 'ਚ, ਜਿਹੜੀਆਂ ਸਿੱਖਾਂ ਦੀਆਂ ਮਤਲਬ ਤਵਾਰੀਖਾਂ ਨੇ ਉਹਨਾਂ ਦੇ ਵਿੱਚ ਉਹਦਾ ਹੈਗਾ, ਉਹਦੇ 'ਚ ਜ਼ਿਕਰ ਹੈ। ਪਰ ਕੋਤਵਾਲੀ ਹੈ ਜਿਹੜੀ, ਉਹ ਇੱਕ ਥਾਣਾ ਸੀ। ਉਹ ਉਸ ਵੇਲੇ ਵੀ ਥਾਣਾ ਸੀ ਜਦੋਂ ਮੁਗਲਾਂ ਨੇ
ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਇੱਕ ਰਾਤ ਸ਼ਹੀਦਗੰਜ ਵਾਲੇ ਗੁਰਦੁਆਰੇ ਤੋਂ ਲਿਆ ਕੇ ਉਸ ਕੋਤਵਾਲੀ 'ਚ ਇੱਕ ਰਾਤ ਬੰਦ ਰੱਖਿਆ, ਕਿਉਂਕਿ ਇਹ ਬੰਦ ਲੋਕ ਨਹੀਂ ਸਮਝ ਸਕਦੇ ਕਿ ਨਾ ਤਾਂ ਮਤਲਬ ਛੋਟੇ ਸਾਹਿਬਜ਼ਾਦਿਆਂ ਨੂੰ, ਨਾ ਮਾਤਾ ਗੁਜਰੀ ਨੂੰ, ਨਾ ਕੋਈ ਰਾਤੇ ਚੜ੍ਹਾ ਕੇ ਲੈ ਕੇ ਆਇਆ, ਕਿਉਂਕਿ ਸਾਡੇ ਨਾਲ ਇਹ ਘਟਨਾਵਾਂ ਵਾਪਰੀਆਂ ਨੇ। ਅਸੀਂ ਭਗੌੜੇ ਰਹੇ ਹਾਂ, ਸਾਨੂੰ ਪੁਲਿਸ ਕਿਵੇਂ ਫੜ ਕੇ ਲੈ ਕੇ ਗਈ ਹੈ, ਕਿਵੇਂ ਸਾਨੂੰ ਲੱਭਦੀ ਰਹੀ ਹੈ। ਇਹ ਜਿਹੜੇ ਬੰਦੇ ਸਰਕਾਰ ਤੋਂ ਬਾਗੀ ਹੁੰਦੇ ਨੇ, ਇਹ ਉਹਨਾਂ ਨੂੰ ਪਤਾ ਹੁੰਦਾ। ਆਮ ਲੋਕਾਂ ਦੀਆਂ ਗੱਲਾਂ ਤਾਂ ਐਵੇਂ ਹੀ ਹੁੰਦੀਆਂ ਕਿ ਉਹ ਇੱਕ ਪਰਿਵਾਰ ਬਿਨਾਂ ਮਤਲਬ ਤੋਂ ਕਹਿਣ ਲੱਗ ਜਾਵੇ ਵੀ ਸਾਡੇ ਰਾਤੇ ਗਏ, ਤੇ ਕੋਈ ਕਿਸੇ ਨੂੰ ਰਾਤੇ ਨਹੀਂ ਚੜ੍ਹਾ ਕੇ ਲੈ ਜਾਂਦਾ। ਮੁਗਲਾਂ ਲਈ ਤਾਂ ਉਹ ਦੋਸ਼ੀ ਸੀ, ਅਸੀਂ ਵੀ ਦੋਸ਼ੀ ਸੀ ਇੱਕ ਦਿਨ, ਭਾਵੇਂ ਕਿ ਅਸੀਂ ਕੌਮ ਲਈ ਕੰਮ ਕੀਤੇ ਆ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਕੌਮ ਲਈ ਕੰਮ ਕਰ ਰਹੇ ਸੀ, ਸਿੱਖ ਧਰਮ ਲਈ ਕੰਮ ਕਰ ਰਹੇ ਸੀ, ਸਿੱਖਾਂ ਦੇ ਉਹ ਸਤਿਕਾਰਯੋਗ ਸੀ, ਪਰ ਮੁਗਲਾਂ ਲਈ ਤਾਂ ਉਹ ਕੋਈ ਸਤਿਕਾਰਯੋਗ ਨਹੀਂ ਸੀ ਨਾ ਹੈਗੇ। ਅਤੇ ਅੱਜ ਵੀ ਘਟਨਾਵਾਂ ਸਾਡੇ ਨਾਲ ਵੀ ਵਾਪਰੀਆਂ। ਸਾਡਾ ਲੋਕ ਸਤਿਕਾਰ ਕਰਦੇ ਨੇ, ਅਸੀਂ ਲੋਕਾਂ ਜਾਂਦੇ ਹਾਂ ਤਾਂ ਲੋਕ ਸਾਡਾ ਵੀ ਸਤਿਕਾਰ ਕਰਦੇ ਨੇ, ਪਰ ਦੇਸ਼ ਲਈ ਤਾਂ ਅਸੀਂ ਇਸ ਜਿਹੜੀ ਸਰਕਾਰ ਹੈ ਇਹਦੇ ਲਈ ਤਾਂ ਅਸੀਂ ਬਾਗੀ ਹਾਂ ਨਾ। ਅੱਜ ਵੀ ਅਸੀਂ ਬਾਗੀ ਹਾਂ, ਅਸੀਂ ਉਦੋਂ ਵੀ ਬਾਗੀ ਸੀ, ਅਤੇ ਸਾਨੂੰ ਹਮੇਸ਼ਾ ਹੀ ਹੈ। ਉਹ ਛੋਟੇ ਸਾਹਿਬਜ਼ਾਦਿਆਂ ਨੂੰ ਉਸ ਕੋਤਵਾਲੀ 'ਚ ਲਿਆ ਕੇ ਇੱਕ ਰਾਤ ਰੱਖਿਆ ਗਿਆ ਉਸ ਪਵਿੱਤਰ ਜਗ੍ਹਾ 'ਤੇ। ਇਹ ਮੈਂ ਬਾਈ ਸੁਰਮੁਖ ਸਿੰਘ ਨੇ ਵੀ ਬਹੁਤ ਪਹਿਲਾਂ ਇਹ ਗੱਲ ਕਹੀ ਸੀ ਕਿ ਜਿਹੜੀ ਇਹ ਕੋਤਵਾਲੀ ਹੈ, ਇਸ ਕੋਤਵਾਲੀ ਦੇ ਆਲੇ ਦੁਆਲੇ ਸ਼ੀਸ਼ਾ ਲਾ ਕੇ, ਜਿਵੇਂ ਭੱਠਾ ਸਾਹਿਬ ਦੇ ਉੱਪਰ ਗੁਰਦੁਆਰਾ ਭੱਠਾ ਸਾਹਿਬ ਦੇ ਭੱਠਾ ਜਿੱਥੇ, ਉਹ ਭੱਠੇ ਵਾਲੀ ਜਗ੍ਹਾ 'ਤੇ ਜਿੱਥੇ 10ਵੇਂ ਪਾਤਸ਼ਾਹ ਨੇ ਬੈਠ ਕੇ ਰਹਿਰਾਸ ਜੀ ਦਾ ਪਾਠ ਕੀਤਾ, ਉਸੇ ਤਰ੍ਹਾਂ ਜਿਵੇਂ ਉੱਥੇ ਸ਼ੀਸ਼ਾ ਲਾ ਕੇ ਬੰਦ ਕੀਤਾ ਹੋਇਆ, ਇਸ ਕੋਤਵਾਲੀ ਨੂੰ ਸ਼ੀਸ਼ਾ ਲਾ ਕੇ ਬੰਦ ਕੀਤਾ ਜਾਵੇ ਅਤੇ ਇਹਦੇ 'ਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇ, ਬਾਹਰ ਗੋਲਕ ਰੱਖੀ ਜਾਵੇ ਅਤੇ ਉਹਨੂੰ ਲੋਕ ਮੱਥਾ ਟੇਕਣ ਅਤੇ ਇਹਦੇ ਦਰਸ਼ਨ ਕਰਨ ਕਿ ਇੱਥੇ ਸਾਡੇ ਮਾਤਾ ਗੁਜਰੀ ਜੀ, ਸਾਡੇ ਸਿੱਖ ਕੌਮ ਦੇ ਮਹਾਨ ਸ਼ਹੀਦ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਇੱਕ ਰਾਤ ਇੱਥੇ ਉਹਨਾਂ ਨੇ ਇੱਕ ਰਾਤ ਰਹੇ ਨੇ। ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਸਜਦਾ ਕਰਦੇ ਹਾਂ, ਉਸ ਜਗ੍ਹਾ ਨੂੰ ਅਸੀਂ ਮੱਥਾ ਟੇਕਦੇ ਹਾਂ ਅਤੇ ਸਾਡਾ ਇਹ ਜਿਹੜੀਆਂ ਮੱਥੇ ਦੀਆਂ ਲਕੀਰਾਂ ਅਸੀਂ ਉਹਨਾਂ ਦੇ ਚਰਨਾਂ 'ਤੇ ਰੱਖਦੇ ਹਾਂ, ਤਾਂ ਕਿ ਸਾਡੇ ਇਹ ਜਿਹੜੇ ਭਾਗ ਜਿਹੜੇ ਮੱਥੇ ਦੀਆਂ ਲਿਖੀਆਂ ਕਹਿੰਦੇ ਹੁੰਦੀਆਂ ਨੇ, ਇਹ ਸਾਰੀਆਂ ਉਹ ਮੇਟ ਦੇਣ, ਬਦਲ ਦੇਣ, ਕਿਉਂਕਿ ਅਸੀਂ ਕੋਈ ਨਕਲ ਨਾਲ ਲਕੀਰਾਂ ਨਹੀਂ ਕੱਢਦੇ। ਲਕੀਰਾਂ ਤਾਂ ਦੇਵਤਿਆਂ ਅੱਗੇ ਕੱਢੀਆਂ ਜਾਂਦੀਆਂ ਕਿਉਂਕਿ ਉਹ ਗਲਤੀਆਂ ਕਰਦੇ। ਸਿੱਖ ਤਾਂ ਇਹ ਕਹਿੰਦਾ ਕਿ ਮੈਂ ਤੇਰਾ ਪਾਸਾ ਹੀ ਪਲਟ ਦੂੰਗਾ। ਸਿੱਖਾਂ ਨੇ ਪਾਸੇ ਪਲਟੇ ਨੇ, ਸਿੱਖਾਂ ਨੇ ਪਾਸੇ ਪਲਟੇ ਹੋਏ ਤਾਂ ਅੱਜ ਤੱਕ ਆਪਾਂ ਦੇਖ ਰਹੇ ਹਾਂ ਕਿ ਸਿੱਖਾਂ ਨੇ ਪਾਸੇ ਹੀ ਪਲਟ ਦਿੱਤੇ। ਇਹ ਹੁਣ ਵੀ ਪਾਸਾ ਪਲਟ ਗਿਆ। ਇਹ ਬੇਅਦਬੀਆਂ ਦਾ ਕਾਰਨ ਉਹ ਹੋਇਆ। ਹੁਣ ਇਹ ਬੇਅਦਬੀਆਂ ਦੇ ਉੱਥੇ ਲੜਾਈ ਨਿੱਜੀ ਤੌਰ 'ਤੇ, ਬਹੁਤੀ ਲੜਾਈ ਤਾਂ ਸ਼ਹਿਰ ਵਾਲਿਆਂ ਦੀ, ਲੋਕਾਂ ਦੀ ਜ਼ਿਆਦਾਤਰ ਤੇ ਕਾਰਸੇ ਵਾਲਿਆਂ ਨਾਲ ਹੈ ਕਿ ਕਾਰਸੇ ਵਾਲਿਆਂ ਨੇ ਇਹ ਕੋਤਵਾਲੀ ਦੇ ਨਾਂ 'ਤੇ ਗੁਰਦੁਆਰਾ ਬਣਾ ਕੇ ਇਹ ਲੀਜ਼ 'ਤੇ ਲੈ ਕੇ, ਕਿਉਂਕਿ ਉਹ ਜਗ੍ਹਾ ਲੀਜ਼ 'ਤੇ ਹੈ। ਉਹਨਾਂ ਦਾ ਇੱਕ ਟਰੱਸਟ ਬਣਿਆ ਹੋਇਆ 5 ਮੈਂਬਰੀ ਜਾਂ 7 ਮੈਂਬਰੀ ਜਾਂ ਜਿੰਨਾ ਵੀ ਹੁੰਦਾ, ਮੈਨੂੰ ਉਹਦੇ ਬਾਰੇ ਨਹੀਂ ਪਤਾ ਬਹੁਤਾ ਜ਼ਿਆਦਾ ਵੀ ਕਿੰਨਾ ਬਣਿਆ, 5 ਮੈਂਬਰੀ ਹੈ ਜਾਂ 7 ਮੈਂਬਰੀ ਹੈ। ਉਹ ਇੱਕ ਟਰੱਸਟ ਬਣਿਆ ਹੋਇਆ, ਉਹ ਟਰੱਸਟ ਦੇ ਤੌਰ 'ਤੇ ਉਹ ਜਗ੍ਹਾ ਲੀਜ਼ ਸਰਕਾਰ ਨੇ ਦਿੱਤੀ ਉਹਨਾਂ ਨੂੰ, ਸਰਕਾਰੀ ਤੌਰ 'ਤੇ ਉਹ ਜਗ੍ਹਾ ਲੀਜ਼ ਦੀ ਸਰਕਾਰ ਦੀ, ਕਿਉਂਕਿ ਕੋਤਵਾਲੀ ਦੀ ਜਗ੍ਹਾ ਵੀ ਸਰਕਾਰੀ ਹੈ। ਉਹਦੇ ਬਾਅਦ ਟੈਂਕੀ ਦੀ ਜਗ੍ਹਾ ਵੀ ਨਾਲ ਦੀ ਸਰਕਾਰੀ ਸੀ, ਸਕੂਲ ਦੀ ਜਗ੍ਹਾ ਵੀ ਸਰਕਾਰੀ ਹੈ, ਸਾਹਮਣੇ ਪਟਵਾਰਖਾਨਾ ਸੀ ਉਹ ਵੀ ਸਰਕਾਰੀ ਹੈ। ਟੋਟਲ ਦੀ ਟੋਟਲ ਜਗ੍ਹਾ ਜਿੰਨੀ ਇਹ ਕੰਪਲੈਕਸ ਦੇ ਵਿੱਚ ਆਉਂਦੀ ਹੈ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ, ਇਹ ਸਾਰੀ ਦੀ ਸਾਰੀ ਸਰਕਾਰ ਨੇ ਲੀਜ਼ 'ਤੇ ਮਿਊਨਿਸਪਲ ਕਮੇਟੀ 'ਚ ਮਤਾ ਪਾ ਕੇ ਕਾਰਸੇ ਵਾਲੇ ਬਾਬੇ ਨੂੰ ਦਿੱਤੀ ਹੋਈ ਹੈ, ਜਿਹਦੇ ਵਿੱਚ ਬਾਬਾ ਸੁਰਿੰਦਰ ਸਿੰਘ ਜਿਨ੍ਹਾਂ ਨੂੰ ਮੈਂ ਪਿੱਛੇ 'ਚ ਇੱਕ ਵਾਰ ਮਿਲਿਆ ਸੀ ਅਤੇ ਉਹ ਉਹਦਾ ਦੇ ਮੈਂਬਰ ਨੇ, ਬਾਬਾ ਬਚਨ ਸਿੰਘ ਵੀ ਮੈਂਬਰ ਨੇ। ਪਰ ਇਹ ਉੱਥੇ ਰੌਲਾ ਇਸ ਗੱਲ ਦਾ ਸੀ ਕਿ ਉਹ ਬੰਦਾ ਸਿਰਫ ਹੈਂਕੜ ਦਾ ਮਾਰਿਆ। ਮੈਂ ਇੱਕ ਗੱਲ ਕਹੂੰਗਾ ਕਿ ਇੱਕ ਪਾਸੇ ਮਹਿਤਾਬ ਸਿੰਘ ਭੰਗੂ, ਜਿਹਨੇ ਮੱਸੇ ਰੰਗੜ ਦਾ ਸਿਰ ਦਰਬਾਰ ਸਾਹਿਬ ਦੇ ਵਿੱਚ ਬੈਠਾ ਜਿਹੜਾ ਨਾਚ ਗਾਣੇ ਕਰਾ ਰਿਹਾ ਸੀ ਅਤੇ ਹੁੱਕਾ ਪੀ ਰਿਹਾ ਸੀ, ਉਹਨਾਂ ਦਾ ਸਿਰ ਵੱਢਿਆ। ਦੂਜੇ ਪਾਸੇ ਇਹੀ ਜਸਵੀਰ ਸਿੰਘ ਭੰਗੂ ਬੇਅਦਬੀ ਕਰਨ ਗਿਆ ਕੋਤਵਾਲੀ 'ਚ। ਮਤਲਬ ਕਿੱਡੀ ਵੱਡੀ ਇਹ ਇੱਕ ਗੱਲ ਹੈ ਕਿ ਇੱਕ ਪਾਸੇ ਮਹਿਤਾਬ ਸਿੰਘ ਭੰਗੂ, ਦੂਜੇ ਪਾਸੇ ਜਸਵੀਰ ਸਿੰਘ ਭੰਗੂ ਕਰ ਰਿਹਾ ਹੈ ਬੇਅਦਬੀ, ਅਤੇ ਇੱਕ ਪਾਸੇ ਬੇਅਦਬੀ ਵਾਲਿਆਂ ਨੂੰ ਸੋਧ ਰਿਹਾ ਮਹਿਤਾਬ ਸਿੰਘ ਭੰਗੂ ਅਤੇ ਸੁੱਖਾ ਸਿੰਘ ਰਾਮਗੜੀਆ ਸਿੱਖ ਸੀ ਅਤੇ ਮਹਿਤਾਬ ਸਿੰਘ ਭੰਗੂ ਜੱਟ ਸਿੱਖ ਸੀ, ਅਤੇ ਦੂਜੇ ਪਾਸੇ ਉਹ ਇਹ ਰਲ ਕੇ ਬੇਅਦਬੀ ਵਾਲੇ ਮੱਸਾ ਸੰਗੜ ਨੂੰ ਸੋਧ ਰਹੇ ਹੈ। ਅਤੇ ਇੱਥੇ ਜਸਵੀਰ ਸਿੰਘ ਜਿਹੜਾ ਕਿ ਭੰਗੂ ਹੀ ਹੈ, ਚੂੜ ਮਾਜਰਾ ਪਿੰਡ ਹੈ ਚਮਕੌਰ ਸਾਹਿਬ ਦੇ ਕੋਲ, ਪਿੱਪਲ ਮਾਜਰੇ ਦੇ ਸਾਹਮਣੇ ਹੀ ਨੇੜੇ ਹੀ ਹੈ, ਉਸ ਪਿੰਡ ਦਾ ਜੰਪਲ ਉਹ ਮਰੰਡੇ ਆ ਕੇ ਰਹਿਣ ਲੱਗਿਆ, ਉਹਨੇ ਇਹ ਬੇਅਦਬੀ ਕੀਤੀ। ਕਿੱਡੀ ਵੱਡੀ ਮਤਲਬ ਸਾਡੇ ਲਈ ਤਰਾਸਦੀ ਦੀ ਗੱਲ ਹੈ ਕਿ ਜਿਹੜੇ ਪਰਿਵਾਰ ਰੋਜ਼ ਗੁਰਦੁਆਰਿਆਂ 'ਚ ਮੱਥਾ ਟੇਕਣ ਜਾਂਦੇ ਆ, ਉਹਨਾਂ ਦੇ ਘਰਾਂ ਵਿੱਚ ਇਹੀ ਜੀ ਨਾਮਰਾਦ ਔਲਾਦ ਮਤਲਬ ਪੈਦਾ ਹੁੰਦੀ ਹੈ। ਇਹ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਘਰੇ ਪਿਰਥੀਆ ਵੀ ਪੈਦਾ ਹੋਇਆ ਸੀ, ਜਿਹਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕਰਾਇਆ। ਉਸ ਪਰਿਵਾਰ ਨੂੰ ਇਹ ਨਹੀਂ ਸੋਚਣਾ ਚਾਹੀਦਾ
ਕਿ ਸਾਡੇ ਪਰਿਵਾਰ ਨਾਲ ਬਹੁਤ ਮਾੜੀ ਹੋ ਗਈ। ਗੁਰੂ ਰਾਮਦਾਸ ਪਾਤਸ਼ਾਹ ਨੂੰ ਅੱਜ ਤੱਕ ਅਸੀਂ ਪਿਰਥੀਏ ਨੂੰ ਅੱਜ ਤੱਕ ਸਟੇਜਾਂ 'ਤੇ ਬਹਿ ਕੇ ਬੜਾ ਨਿੰਦਦੇ ਹਾਂ, ਸਾਰੀਆਂ ਉਹਦੀਆਂ ਕਥਾ ਕਹਾਣੀਆਂ ਕਰਦੇ ਹਾਂ ਕਿ ਉਹਨੇ ਸਾਡੇ ਨਾਲ ਇੰਨਾ ਕੁਝ ਕੀਤਾ। ਪੰਜਵੇਂ ਪਾਤਸ਼ਾਹ ਨੂੰ ਉਹਨੇ ਸ਼ਹੀਦ ਕਰਾਇਆ। ਛੇਵੇਂ ਪਾਤਸ਼ਾਹ ਨਾਲ ਵੀ ਕਿੰਨੀਆਂ ਵਾਪਰੀਆਂ ਘਟਨਾਵਾਂ ਨੇ ਜਿਹੜੀਆਂ ਕਿ ਉਸ ਪਿਰਥੀ ਦੀ ਔਲਾਦ ਨੇ ਕੀਤੀਆਂ, ਮਿਹਰਬਾਨ ਉਹਨਾਂ ਨੇ ਕੀਤੀਆਂ। ਇਹ ਇੱਦਾਂ ਹੀ ਚੱਲਦਾ ਆ। ਪਰ ਸਾਨੂੰ ਇਹ ਸਮਝਣਾ ਪਵੇਗਾ ਕਿ ਸਿੱਖੀ ਹੈ ਜਿਹੜੀ ਉਹ ਜਾਤਾਂ ਪਾਤਾਂ ਵਿੱਚ ਵੰਡੀ ਹੋਈ ਨਹੀਂ ਹੈਗੀ। ਸਿੱਖੀ ਸਿੱਖੀ ਨਾਲ ਹੈ। ਸਿੱਖੀ ਸਿੱਖਿਆ ਗੁਰ ਵਿਚਾਰ। ਜਿਹਨੇ ਗੁਰੂ ਦਾ ਵਿਚਾਰ ਗ੍ਰਹਿਣ ਕਰ ਲਿਆ ਉਹਨੇ ਸਿੱਖੀ ਗ੍ਰਹਿਣ ਕਰ ਲਈ। ਹੁਣ ਇਹ ਬਹੁਤ ਵੱਡਾ ਰੌਲਾ ਆ ਕਿ ਉਸ ਬੰਦੇ ਨੂੰ ਉਸ ਵੇਲੇ ਫੜ ਕੇ ਪੁਲਿਸ ਦੇ ਅੰਡਰ ਕਰ ਦਿੱਤਾ। ਉਹ ਪੁਲਿਸ ਵਾਲਿਆਂ ਨੇ ਉਹ ਚਲੋ ਉਹਦੀ ਪੁੱਛਗਿੱਛ ਕੀਤੀ, ਉਹਦੀ ਕੁੱਟਮਾਰ ਕੀਤੀ ਜਾਂ ਕੁਝ ਵੀ ਕੀਤਾ, ਇਹ ਤਾਂ ਹੁਣ ਪੁਲਿਸ ਵਾਲੇ ਹੀ ਦੱਸ ਸਕਦੇ, ਕਿਉਂਕਿ ਪੁਲਿਸ ਵਾਲਿਆਂ ਨੇ ਜੋ ਇੰਟੈਰੋਗੇਸ਼ਨ ਕੀਤਾ ਆ ਉਹ ਕੋਰਟ ਦੇ ਥਰੂ ਉਹਦਾ ਮੈਡੀਕਲ ਵੀ ਕਰਾ ਕੇ ਲੈ ਗਏ ਨੇ। ਉਹ ਮੈਡੀਕਲ ਤੋਂ ਬਾਅਦ ਪਤਾ ਲੱਗਣਾ ਸੀ ਇੰਟੈਰੋਗੇਸ਼ਨ 'ਚ ਕੀ ਨਿਕਲਿਆ। ਇਹ ਤਾਂ ਹੁਣ ਅੱਜ ਤੱਕ ਤਾਂ ਪੁਲਿਸ ਨੇ ਕੋਈ ਅਜੇ ਉਹਦੀ ਰਿਪੋਰਟ ਜਾਰੀ ਨਹੀਂ ਕੀਤੀ। ਉਹ ਤੋਂ ਬਾਅਦ ਅਜੇ ਤਾਂ ਉਹਦਾ ਕੋਈ ਮੈਡੀਕਲ ਨਹੀਂ, ਉਹਦਾ ਮੈਡੀਕਲ ਕਰਾਇਆ ਜਦੋਂ ਰੋਪੜ ਕੋਰਟ 'ਚ ਪੇਸ਼ ਕੀਤਾ। ਕੋਰਟ ਪੇਸ਼ ਕਰਨ ਤੋਂ ਬਾਅਦ ਫਿਰ ਉਹਨੂੰ ਮਾਨਸਾ ਦੀ ਜਿਹੜੀ ਤਾਮਕੋਟ ਜੇਲ੍ਹ ਹੈ ਮਾਨਸਾ ਜ਼ਿਲ੍ਹੇ ਦੀ, ਉਹ ਨਾਲ ਹੀ ਹੈ ਮਾਨਸਾ ਦੇ, ਉੱਥੇ ਛੱਡ ਕੇ ਆਏ ਆ। ਉੱਥੇ ਉਹ ਜਾ ਕੇ ਬਿਮਾਰ ਹੋਇਆ। ਬਿਮਾਰ ਹੋਣ ਤੋਂ ਬਾਅਦ ਉਹਨੂੰ ਤਕਲੀਫ ਹੋਈ, ਹਸਪੀਟਲ ਜਾ ਕੇ ਉਹਦੀ ਡੈਥ ਹੋ ਗਈ। ਹੁਣ ਇਹ ਸਾਨੂੰ ਦੇਖਣਾ ਪਏਗਾ ਕਿ ਇਹਦੇ ਪਿੱਛੇ ਕੰਮ ਕੀ ਕਰ ਰਹੇ ਆ। ਹੁਣ ਉਹਦੀ ਪੋਸਟਮਾਰਟਮ ਦੀ ਰਿਪੋਰਟ ਵੀ ਆਏਗੀ, ਆਪਾਂ ਉਹ ਵੀ ਦੇਖਾਂਗੇ। ਉਹ ਤੋਂ ਪਹਿਲਾਂ ਆਪਾਂ ਜੋ ਇੱਥੇ ਪੁਲਿਸ ਨੇ ਉਹਦੀ ਇੰਟੈਰੋਗੇਸ਼ਨ ਕੀਤੀ ਉਹਦੀ ਰਿਪੋਰਟ ਵੀ ਦੇਖਣੀ ਹੈ। ਜੋ ਕੋਰਟ 'ਚ ਕੇਸ ਗਿਆ ਹੁਣ ਵਕੀਲਾਂ ਨੇ ਦੇਖਣਾ ਆ ਕਿ ਉਹ ਕੇਸ 'ਚ ਕੀ ਹੈ, ਉਹਦੀ ਕਾਪੀ ਲੈਣ। ਠੀਕ ਹੈ ਕਿ ਆਪਾਂ ਉਸ ਬੰਦੇ ਦਾ ਕੇਸ ਤਾਂ ਨਹੀਂ ਸੀ ਲੜਨਾ, ਪਰ ਲੇਕਿਨ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਹੱਕ 'ਚ ਤਾਂ ਕੇਸ ਲੜਨਾ ਨਾ। ਜਦੋਂ ਅਸੀਂ ਭਨਿਆਰਾਂ ਵਾਲੇ ਮਸਲੇ 'ਚ ਕੇਸ 'ਚ ਅੰਬਾਲੇ ਕੋਰਟ 'ਚ ਗਏ ਹਾਂ ਅਤੇ ਉੱਥੇ ਸਰਦਾਰ ਜਸਮੇਰ ਸਿੰਘ ਨੂੰ ਵਕੀਲ ਸੀ, ਅਸੀਂ ਉਹਨਾਂ ਨੂੰ ਮਿਲੇ ਜਾ ਕੇ ਜਦੋਂ ਕੇਸ ਲੜਿਆ ਉਹ ਗੱਲ ਕੀਤੀ। ਉਹ ਕਹਿੰਦੇ ਵੀ ਅਸੀਂ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਕੇਸ 'ਚ ਲੜਨ ਦੇ ਹੱਕ 'ਚ ਹੈ, ਪਰ ਸਾਨੂੰ ਤਾਂ ਇਹ ਸੀ ਕਿ ਉਸ ਵੇਲੇ ਅਸੀਂ ਤਾਂ ਭਨਿਆਰਾਂ ਵਾਲੇ ਦੇ ਹੱਕ 'ਚ ਖੜਾਂਗੇ। ਇਸ ਕਰਕੇ ਖੜਨ ਨੂੰ ਤਿਆਰ ਹੋ ਗਏ ਸੀ ਕਿ ਇਹ ਜਿਹੜਾ ਸਾਰਾ ਕੁਝ ਭਨਿਆਰਾਂ ਵਾਲਾ ਬਾਦਲਾਂ ਦੇ ਨੇੜੇ ਅਤੇ ਬਾਦਲਾਂ ਨੇ ਕਰਵਾਇਆ। ਇਹ ਬਹੁਤ ਵੱਡੀਆਂ ਗੱਲਾਂ ਸੀ ਉਸ ਵੇਲੇ ਵੀ ਚੱਲਦੀਆਂ। ਅਸੀਂ ਉਹਨਾਂ ਨੇ ਸਾਡਾ ਕੇਸ ਲੜਿਆ, ਕੇਸ ਜਿੱਤਿਆ ਵੀ, ਉਹਦੇ 'ਚ 3 ਸਾਲ ਦੀ ਭਨਿਆਰ ਵਾਲੇ ਨੂੰ ਸਜ਼ਾ ਵੀ ਹੋਈ ਹੈ, ਬਾਅਦ 'ਚ ਉਹਦੀ ਮੌਤ ਵੀ ਹੋ ਗਈ। ਉਹ ਸਾਨੂੰ ਚਲੋ ਸਾਰੀਆਂ ਦੇ ਬਾਅਦ ਦੀਆਂ ਗੱਲਾਂ। ਕਿਸ਼ਨਪੁਰਾ ਜੀ, ਸਾਰਾ ਕੁਝ ਹੋ ਗਿਆ ਵਰਤਾਨ, ਤੁਸੀਂ ਗੱਲਬਾਤ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਅਤੇ ਕਿੱਥੇ ਤੱਕ ਅਸੀਂ ਪਹੁੰਚ ਗਏ ਹਾਂ। ਹੁਣ ਗੱਲ ਇਹ ਆਉਂਦੀ ਹੈ ਕਿ ਦੋਸ਼ੀ ਜਿਹੜਾ ਆ ਉਹ ਕਾਲ ਚਲਾਣਾ ਕਰ ਚੁੱਕਿਆ ਹੈ, ਉਹ ਅਲਵਿਦਾ ਕਹਿ ਕੇ ਇਸ ਦੁਨੀਆ 'ਚੋਂ ਜਾ ਚੁੱਕਿਆ ਆ। ਹੁਣ ਸੋਸ਼ਲ ਮੀਡੀਆ ਦੇ ਉੱਪਰ ਇੱਕ ਬੜੀ ਚਰਚਾ ਚੱਲ ਰਹੀ ਹੈ। ਆਪਸ 'ਚ ਕੁਝ ਜਿਹੜੀਆਂ ਲੋਕ ਨੇ ਆਪਸ 'ਚ ਸੋਸ਼ਲ ਮੀਡੀਆ ਦੇ ਉੱਪਰ ਹੀ ਲੜਦੇ ਵੀ ਨੇ, ਇੱਕ ਦੂਜੇ ਨੂੰ ਉੱਚਾ ਨੀਵਾਂ ਵੀ ਬੋਲਦੇ ਨੇ। ਉਹਦੇ 'ਚ ਗੱਲ ਇਹ ਆ ਰਹੀ ਹੈ, ਕੋਈ ਕਹਿ ਰਿਹਾ ਕਿ ਉਹਦਾ ਭੋਗ ਨਹੀਂ ਪੈਣਾ ਚਾਹੀਦਾ, ਕੋਈ ਕਹਿ ਰਿਹਾ ਵੀ ਉਹਦਾ ਭੋਗ ਪੈ ਜਾਣਾ ਚਾਹੀਦਾ ਕਿਉਂਕਿ ਉਹਦਾ ਕਸੂਰਵਾਰ ਉਹ ਸੀਗਾ, ਬਾਕੀ ਬੱਚੇ ਜਾਂ ਹੋਰ ਕੋਈ ਉਹਨਾਂ ਦਾ ਕੀ ਕਸੂਰ ਆ। ਸੋ ਇਹ ਗੱਲਾਂ ਜਿਹੜੀਆਂ ਚੱਲਦੀਆਂ ਨੇ ਇਹ ਕਿਹੜੇ ਤੱਥਾਂ 'ਤੇ ਆਉਂਦੀਆਂ ਨੇ, ਕਿੱਥੇ ਸਾਨੂੰ ਸਿੱਖਾਂ ਨੂੰ ਜਿਹੜੀਆਂ ਕਿ ਲੈ ਕੇ ਜਾਂਦੀਆਂ ਨੇ, ਕੀ ਸਾਨੂੰ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਕੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖਿਆ ਜਾਣਾ ਚਾਹੀਦਾ ਉਹਦੇ ਲਈ ਕਿ ਜੇ ਨਹੀਂ ਰੱਖਿਆ ਜਾਣਾ ਚਾਹੀਦਾ। ਸੋ ਇਹਦੇ 'ਚ ਕੀ ਕੁਝ ਹੋਣਾ ਚਾਹੀਦਾ, ਕਿਉਂਕਿ ਇਹ ਵੀ ਇੱਕ ਬੜਾ ਵੱਡਾ ਜਿਹੜਾ ਕਿ ਸਾਡੇ ਵਿੱਚ ਆਪਸ 'ਚ ਜਿਹੜਾ ਵਿਵਾਦ ਛਿੜਿਆ ਰਹਿੰਦਾ। ਦੇਖੋ ਇਹ ਗੱਲ ਹੈ, ਮੈਂ ਇਸ ਗੱਲ 'ਤੇ ਤੁਹਾਨੂੰ ਇੰਨੀ ਗੱਲ ਕਹਾਂਗਾ ਕਿ ਸਵੇਰੇ ਮੈਨੂੰ ਜਿਹੜੀ ਇੱਕ ਇਸ ਬੇਅਦਬੀ ਤੋਂ ਬਾਅਦ ਮਰੰਡੇ 'ਚ 5 ਮੈਂਬਰੀ ਇੱਕ ਕਮੇਟੀ ਬਣੀ ਹੈ, ਉਸ ਕਮੇਟੀ ਦੇ ਇੱਕ ਮੈਂਬਰ ਦਾ ਫੋਨ ਜ਼ਰੂਰ ਆਇਆ ਸੀ ਅੱਜ ਮੈਨੂੰ ਸਵੇਰੇ। ਉਹਨਾਂ ਨੇ ਮਾਸਟਰ ਜੀ ਨਾਲ ਮੇਰੇ ਨਾਲ ਗੱਲ ਕੀਤੀ, ਉਹਨਾਂ ਨੇ ਮੇਰੇ ਤੋਂ ਸਿੰਘ ਸਾਹਿਬਾਨ ਦਾ ਨੰਬਰ ਮੰਗਿਆ ਅਤੇ ਮੈਂ ਉਹਨਾਂ ਨੂੰ ਸਿੰਘ ਸਾਹਿਬਾਨ ਦਾ ਨੰਬਰ ਦੇ ਦਿੱਤਾ, ਅਨੰਦਪੁਰ ਸਾਹਿਬ ਵਾਲੇ ਜਥੇਦਾਰ ਜੀ ਦਾ। ਉਹਨਾਂ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਅੱਗੇ ਹਦਾਇਤ ਇਹ ਕੀਤੀ ਸੀ ਸਿੰਘ ਸਾਹਿਬਾਨ ਉਹਨਾਂ ਨੇ ਕਿ ਭਾਈ ਸਾਰੇ ਗ੍ਰੰਥੀਆਂ ਨੂੰ ਸਾਡੇ ਵੱਲੋਂ ਅਪੀਲ ਹੈ ਕਿ ਉਹਦੀਆਂ ਕੋਈ ਅੰਤਮ ਸੰਸਕਾਰਾਂ 'ਚ ਉਹਦੀ ਅਰਦਾਸ 'ਚ ਨਾ, ਕਿਉਂਕਿ ਜਿਹੜਾ ਦੁਸ਼ਟ ਹੁੰਦਾ ਨਾ, ਦੁਸ਼ਟ ਦੀ ਇੱਕ ਪਰਿਭਾਸ਼ਾ ਹੁਣ ਤੁਸੀਂ ਜਾਣਦੇ ਹੋ, ਅਤੇ ਦੁਸ਼ਟਾਂ ਦਾ ਜਦੋਂ ਨਾਸ਼ ਹੋ ਜਾਂਦਾ ਅਤੇ ਫਿਰ ਉਹਨਾਂ ਦੀਆਂ ਹੁਣ ਲਾਸ਼ਾਂ ਨੂੰ ਅਸੀਂ ਚੱਕੇ ਫਿਰੀਏ ਅਤੇ ਉਹਨਾਂ ਨੂੰ ਅਰਦਾਸਾਂ ਕਰੀਏ, ਫਿਰ ਅਸੀਂ ਕਿੱਥੇ ਮਤਲਬ ਫਿਰ ਅਸੀਂ ਗੁਰੂ ਦੇ ਦੇਣਦਾਰ ਹਾਂ। ਜਦੋਂ ਅਸੀਂ ਗੁਰੂ ਦੇ ਦੇਣਦਾਰ ਹਾਂ ਤਾਂ ਸਾਡਾ ਇਹ ਫਰਜ਼ ਨਹੀਂ ਬਣਦਾ। ਜਦੋਂ ਇਹ ਗੱਲ ਸਿੰਘ ਸਾਹਿਬਾਨ ਨੇ ਵੀ ਸਵੇਰੇ ਕਹਿ ਦਿੱਤੀ, ਉਹ 5 ਮੈਂਬਰੀ ਕਮੇਟੀ ਨੇ ਵੀ ਇਹੀ ਫੈਸਲਾ ਕੀਤਾ ਆ ਕਿ ਮੈਂ ਇੱਕ ਫਿਰ ਪੁਲਿਸ ਅਫਸਰ ਮੇਰਾ ਮਿੱਤਰ ਹੈ, ਮੈਂ ਉਹਨੂੰ ਪੁੱਛਿਆ ਸਵੇਰੇ ਵੇਲੇ ਹੀ ਅੱਜ ਹੀ ਫੋਨ ਕਰਕੇ ਵੀ ਉਹਦਾ ਕੀ ਬਣਿਆ। ਉਹਨੇ ਗੱਲ ਕਿਹਾ ਵੀ ਅਸੀਂ ਪੂਰੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੱਲ੍ਹ ਦਾ ਜਦੋਂ ਦਾ ਉਹ ਮਰਿਆ ਹੈ, ਪਰਸੋਂ ਦਾ ਮਰਿਆ ਹੋਇਆ ਸ਼ਾਮ ਦਾ,
ਤੇ ਜਦੋਂ ਉਹਦਾ ਮਰਿਆ ਹੈ ਤੇ ਮਰਨ ਤੋਂ ਬਾਅਦ ਉਹ ਰੌਲਾ ਪੈ ਗਿਆ ਇੰਨਾ ਜ਼ਿਆਦਾ ਹੈ, ਲੋਕਾਂ ਨੂੰ ਪਤਾ ਲੱਗ ਗਿਆ। ਕੋਈ ਰਾਤ ਨੂੰ 9 ਵਜੇ ਮਰ ਗਿਆ, 9 ਤੋਂ ਬਾਅਦ ਹੀ ਪਤਾ ਲੱਗਿਆ ਲੋਕਾਂ ਨੂੰ, ਜਦ ਹੀ ਨਾਲ ਦੀ ਨਾਲ ਹੀ ਸੋਸ਼ਲ ਮੀਡੀਆ ਤੇ ਖਬਰਾਂ ਆ ਗਈਆਂ। ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਵਾਲਿਆਂ ਨੇ ਉਹਨਾਂ ਦੇ ਪਰਿਵਾਰ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ, ਪਰ ਜਿੰਨੇ ਫੋਨ ਨੰਬਰ ਉਹਨਾਂ ਕੋਲ ਹੈਗੇ ਸੀ, ਘਰਦਿਆਂ ਦੇ ਫੋਨ ਨੰਬਰ ਸੀ, ਉਹ ਸਾਰੇ ਦੇ ਸਾਰੇ ਸੁੱਚ ਆਫ ਚੱਲਦੇ ਆ। ਕੋਈ ਫੋਨ ਕਿਤੋਂ ਨਹੀਂ ਮਿਲ ਰਿਹਾ ਉਹਨਾਂ ਦਾ, ਕਿਸੇ ਘਰ ਦੇ ਨਾਲ ਕਿਸੇ ਦਾ ਸੰਪਰਕ ਨਹੀਂ ਹੋਇਆ, ਕਿਸੇ ਰਿਸ਼ਤੇਦਾਰ ਦਾ ਸੰਪਰਕ ਨਹੀਂ ਹੋਇਆ। ਘਰ ਦੇ ਤਾਂ ਇੰਨੇ ਨਮੋਸ਼ੀ 'ਚ ਵੈਸੇ ਹੀ ਚਲੇ ਗਏ ਕਿ ਉਹ ਤਾਂ ਨਾ ਲਾਸ਼ ਲਿਆਉਣ ਨੂੰ ਤਿਆਰ ਹੈ, ਨਾ ਕਿਤੇ ਜਾਣ ਨੂੰ ਤਿਆਰ ਹੈ। ਹੁਣ ਇਹ ਲੱਗਦਾ ਹੈ ਕਿ ਅੱਜ ਮੰਗਲਵਾਰ ਹੈ, ਅੱਜ ਸ਼ਾਇਦ ਉਹਦੀ ਲਾਸ਼ ਦਾ ਪੋਸਟਮਾਰਟਮ ਹੋਣਾ। ਪੋਸਟਮਾਰਟਮ ਹੋਣ ਤੋਂ ਬਾਅਦ ਪੁਲਿਸ ਵਾਲੇ ਉਹਨੂੰ ਲਾਵਾਰਸ ਸਮਝ ਕੇ ਫੂਕ ਦੇਣਗੇ। ਮਾਨਸਾ ਦੀ ਕਿਸੇ ਗੁਰਦੁਆਰਾ ਕਮੇਟੀ ਦੀ ਅੱਜ ਮੈਂ ਇੱਕ ਖਬਰ ਪੜ੍ਹੀ ਹੈ, ਉਹਨਾਂ ਨੇ ਮੰਗ ਕੀਤੀ ਹੈ ਜ਼ਰੂਰ ਕਿ ਇਹਦੀ ਪੋਸਟਮਾਰਟਮ ਦੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਉਹ ਜਾਰੀ ਕੀਤੀ ਜਾਵੇ ਕਿ ਇਹਨੂੰ ਹੋਇਆ ਕੀ ਸੀ, ਇਹ ਕਿਵੇਂ ਮਰਿਆ, ਇਹਦੇ ਦਰਦ ਛਾਤੀ 'ਚ ਹੋਇਆ, ਕਿਹਦੇ ਸਿਰ 'ਚ ਹੋਇਆ, ਜਾਂ ਗਲੇ 'ਚ ਹੋਇਆ, ਕਿੱਥੋਂ ਹੋਇਆ, ਇਹਨੂੰ ਸਾਹ ਲਾਉਣ ਦੀ ਤਕਲੀਫ ਹੋਈ ਹੈ। ਜੋ ਅਖਬਾਰਾਂ ਨੇ ਲਿਖਿਆ ਤਾਂ ਉਹਦੇ ਮੁਤਾਬਕ ਹੀ ਕਹਿ ਰਹੇ ਹੈ ਵੀ ਉਹ ਕੀ ਕੁਛ ਹੋਇਆ। ਤੇ ਰੋਪੜ ਦੀ ਪੁਲਿਸ ਨੇ ਜੋ ਇਹਦੀ ਦੀ ਇੰਟਰੋਗੇਸ਼ਨ ਕੀਤੀ ਹੈ ਉਹਦੀ ਰਿਪੋਰਟ ਉਹ ਸਾਹਮਣੇ ਰੱਖ ਕੇ ਦੇਖਿਆ ਜਾਵੇ ਕਿ ਇਹ ਪਿੱਛੇ ਤੋਂ ਇਹਨੇ ਕੀ ਬੋਲਿਆ, ਕੀ ਦੱਸਿਆ, ਇੰਟਰੋਗੇਸ਼ਨ 'ਚ ਉਹਨੇ ਕੀ ਦੱਸਿਆ। ਅਜੇ ਤੱਕ ਤਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ। ਇਹ ਆਉਣ ਵਾਲਾ ਕੋਈ ਸਮਾਂ ਹੀ ਦੱਸੇਗਾ। ਹੁਣ ਉਹ ਚੰਗੇ ਅਫਸਰ ਹੋਣਗੇ ਜਿਹੜੇ ਦੱਸਣਗੇ ਕਿ ਕੀ ਕੁਛ ਹੋਇਆ। ਜੇ ਉਹ ਸੋਚਣਗੇ ਪੁਲਿਸ ਅਫਸਰ ਕਿ ਅਸੀਂ ਇਹ ਬੇਅਦਬੀਆਂ ਰੋਕਣੀਆਂ, ਉਹ ਵੀ ਸਿੱਖ ਨੇ, ਸਿੱਖਾਂ ਦੇ ਮੁੰਡੇ ਨੇ, ਤੇ ਜੇ ਉਹਨਾਂ ਦੇ ਮਨ ਵਿੱਚ ਵੀ ਇਹ ਗੱਲਾਂ ਹੈਗੀਆਂ ਤੇ ਉਹਨਾਂ ਨੂੰ ਇਹ ਰਿਪੋਰਟ ਦੱਸਣੀ ਚਾਹੀਦੀ ਹੈ, ਦੱਸ ਕੇ ਅੱਗੇ ਲਿਆਉਣੀ ਚਾਹੀਦੀ ਹੈ। ਜਿਹੜੀ ਪੋਸਟਮਾਰਟਮ ਦੀ ਰਿਪੋਰਟ ਅੱਜ ਦੀ ਹੋਏਗੀ, ਅੱਜ ਮੰਗਲਵਾਰ ਹੈ ਤੇ ਮੰਗਲਵਾਰ ਦੀ ਰਿਪੋਰਟ ਹੋਏਗੀ ਜੋ 2 ਮਈ ਦੀ, ਉਹ ਬਾਅਦ 'ਚ ਆਏਗੀ। ਉਹ ਤਾਂ ਚਲੋ ਪੋਸਟਮਾਰਟਮ ਦੀ ਰਿਪੋਰਟ ਨੂੰ ਮੇਰੇ ਖਿਆਲ ਪਤਾ ਨਹੀਂ ਮਹੀਨਾ ਲੱਗਦਾ, ਕਿੰਨਾ ਟਾਈਮ ਲੱਗਦਾ, ਉਹ ਮੈਨੂੰ ਉਹਦੇ ਬਾਰੇ ਬਹੁਤਾ ਗਿਆਨ ਨਹੀਂ ਹੈਗਾ ਵੀ ਉਹ ਕਦੋਂ ਆਏਗੀ ਤੇ ਉਹ ਪਤਾ ਲੱਗੇ। ਇਹ ਜ਼ਰੂਰ ਹੈ ਕਿ ਮੈਂ ਇਸ ਗੱਲ ਦੀ ਅਪੀਲ ਜ਼ਰੂਰ ਕਰਾਂਗਾ ਸਿੱਖ ਸੰਗਤ ਨੂੰ ਕਿ ਭਾਈ ਸਾਨੂੰ ਕਿਸੇ ਵੀ ਗ੍ਰੰਥੀ ਨੂੰ ਉਹਦੇ ਮਤਲਬ ਸੰਸਕਾਰ ਵੇਲੇ ਅਰਦਾਸ ਕਰਨੀ ਜਾਣਾ ਚਾਹੀਦਾ, ਉਹਦਾ ਕੋਈ ਪਾਠ ਰੱਖ ਕੇ ਭੋਗ ਨਹੀਂ ਪਾਉਣਾ ਚਾਹੀਦਾ। ਉਹਦਾ ਪਰਿਵਾਰ ਕਰੇ ਨਾ ਕਰਾਏ, ਸਾਡਾ ਕੀ ਫਰਜ਼ ਹੈ। ਉਹ ਪਰਿਵਾਰ ਉਹਦਾ ਜੋ ਮਰਜ਼ੀ ਕਰੇ, ਸਾਡੇ ਵੱਲੋਂ ਤਾਂ ਕਿਤੇ ਵੀ ਕਰੇ। ਪਰ ਕਿਉਂਕਿ ਮੈਂ ਇੱਕ ਗੱਲ ਜ਼ਰੂਰ ਇਹ ਕਹਿਣੀ ਚਾਹੁੰਦਾ ਹਾਂ ਕਿ ਭਾਵੇਂ ਸਾਡੇ ਕਈ ਦੋਖੀ ਵੀ ਹੁੰਦੇ ਨੇ, ਮੈਂ ਆਪਣੇ ਅੱਖੀਂ ਦੇਖਿਆ ਤੇ ਕੰਨੀ ਸੁਣਿਆ ਕਿ ਅੰਬਾਲੇ ਦੀ ਕੋਰਟ 'ਚ ਜਿਹੜਾ ਭਨਿਆਰੇ ਵਾਲਾ ਜਿਹਨੂੰ ਕਹਿੰਦੇ ਸੀ, ਉਹਨੇ ਇਹ ਗੱਲ ਮੰਨੀ ਸੀ ਕਿ ਮੈਂ 5ਵੇਂ ਪਾਤਸ਼ਾਹ ਦੇ ਸ਼ਹੀਦੀ ਗੁਰਪੁਰਬ ਨੂੰ ਆਨੰਦਪੁਰ ਸਾਹਿਬ ਤਖਤ ਸਾਹਿਬ 'ਤੇ ਜਾਂ ਕਿਤੇ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਕਰਾ ਕੇ ਭੋਗ ਪਾਉਣਾ। ਪਰ ਬੇਅਦਬੀ ਭਨਿਆਰੇ ਵਾਲੇ ਨੇ ਵੀ ਕੀਤੀ ਸੀ। ਬਾਅਦ 'ਚ ਉਹਦਾ ਕੀ ਹਸ਼ਰ ਹੋਇਆ ਇਹ ਹੁਣ ਤੁਹਾਨੂੰ ਸਭ ਨੂੰ ਪਤਾ ਹੈ, ਤੁਸੀਂ ਸਾਰਿਆਂ ਨੇ ਦੇਖਿਆ। ਇਸ ਕਰਕੇ ਇਹ ਤਾਂ ਆਪਾਂ ਕਿਸੇ ਨੂੰ ਵੀ ਨਹੀਂ ਕਹਿ ਸਕਦੇ ਵੀ ਤੁਸੀਂ ਉਹਦਾ ਭੋਗ ਕਿਉਂ ਪਾਉਂਦੇ ਜਾਂ ਨਹੀਂ ਪਾਉਂਦੇ। ਇਹ ਤਾਂ ਹੁਣ ਉਹਨਾਂ ਦੀ ਪਰਿਵਾਰਾਂ ਦੀ ਆਪਣੀ ਮਰਜ਼ੀ ਹੈ, ਉਹ ਕਿੱਥੇ ਕਰਾਉਣ ਕਿਤੇ ਨਾ ਕਰਵਾਉਣ, ਇਹ ਤਾਂ ਆਪਾਂ ਨਹੀਂ ਕਹਿ ਸਕਦੇ। ਪਰ ਮੈਂ ਇਹ ਜ਼ਰੂਰ ਅਪੀਲ ਕਰਾਂਗੇ ਜੇ ਕਿ ਸਾਡੇ ਜਿਹੜੇ ਸੁਣਦੇ ਨੇ ਵੀਰ ਜਾਂ ਜਿਹੜੇ ਸਿੱਖੀ ਦਾ ਦਰਦ ਰੱਖਦੇ ਨੇ, ਸਿੱਖੀ ਨਾਲ ਪਿਆਰ ਹੈ, ਉਹਨਾਂ ਪ੍ਰਤੀ ਮੇਰੀ ਜ਼ਰੂਰ ਅਪੀਲ ਹੈ ਕਿ ਭਾਈ ਦਰਬਾਰ ਸਾਹਿਬ ਦੇ ਰਾਗੀ ਭਾਈ ਸਤਨਾਮ ਸਿੰਘ ਦੀ ਵੀ ਅੱਜ ਮੈਂ ਵੀਡੀਓ ਸੁਣੀ ਹੈ, ਉਹਨੇ ਵੀ ਇਹ ਅਪੀਲ ਕੀਤੀ ਆਪਣੇ ਸੋਸ਼ਲ ਮੀਡੀਆ 'ਤੇ। ਜਥੇਦਾਰ ਤਖਤ ਕੇਸਗੜ੍ਹ ਸਾਹਿਬ ਵਾਲੇ ਜਥੇਦਾਰ ਗਿਆਨੀ ਰਘਵੀਰ ਸੀ, ਉਹਨਾਂ ਨੇ ਵੀ ਇਹ ਅਪੀਲ ਕਰ ਦਿੱਤੀ ਹੈ, ਕਹਿ ਦਿੱਤਾ ਉਹਨਾਂ ਨੇ ਉਸ 5 ਮੈਂਬਰੀ ਕਮੇਟੀ ਨੂੰ ਜਿਹੜੀ ਮਰੰਡੇ ਬੇਅਦਬੀ ਤੋਂ ਬਾਅਦ ਬਣੀ ਹੈ, ਉਹਨਾਂ ਨੂੰ ਵੀ ਕਹਿ ਦਿੱਤਾ ਉਹਨਾਂ ਨੇ ਕਿ ਭਾਈ ਇਹਦਾ ਪਾਠ ਨਾ ਭੋਗ ਨਾ ਪਾਇਆ ਜਾਵੇ, ਕੁਛ ਨਾ ਕੀਤਾ ਜਾਵੇ ਤੇ ਕੋਈ ਗਰੰਟੀ ਜਾਵੇ ਨਾ। ਤਾਂ ਮੈਂ ਵੀ ਇਹੀ ਅਪੀਲ ਕਰਦਾ ਕਿ ਸਾਨੂੰ ਉਹਦੇ 'ਤੇ ਨਹੀਂ ਜਾਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਸੁਰਿੰਦਰ ਸਿੰਘ ਕਿਸ਼ਨਪੁਰਾ ਜੀ ਕਿ ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਮੋਰਿੰਡੇ ਦੇ ਗੁਰਦੁਆਰਾ ਕੋਤਵਾਲੀ ਸਾਹਿਬ 'ਚ ਹੋਈ ਬੇਅਦਬੀ ਜੋ ਕੁਝ ਵਾਪਰਿਆ, ਉੱਥੇ ਘਟਨਾਕ੍ਰਮ ਵਾਪਰਿਆ, ਮੰਦਭਾਗਾ ਰਿਹਾ, ਉਹਦੇ ਬਾਰੇ ਤੁਸੀਂ ਜਿਹੜੀ ਗੱਲਬਾਤ ਕੀਤੀ ਹੈ। ਸੋ ਇਹਦੇ ਵਿੱਚ ਕਿਸ਼ਨਪੁਰਾ ਜੀ ਨੇ ਇਹ ਦੱਸਿਆ ਕਿ ਕਦੋਂ ਤੋਂ ਇਹ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਅਤੇ ਕਿਸ ਤਰ੍ਹਾਂ ਕਿਹੜੇ ਜਿਹੜੇ ਆ ਕਿ ਉਸ ਟਾਈਮ ਸੱਤਾ ਦਾ ਮਾਣ ਭੋਗ ਰਹੇ ਸੀਗੇ, ਸੱਤਾ ਦੇ ਵਿੱਚ ਸਨ। ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਇਹ ਸਾਰਾ ਕੁਝ ਸ਼ੁਰੂ ਹੋਇਆ। ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਹੁਣ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ, ਉਹਨਾਂ ਦੇ ਰਾਜ ਦੇ ਵਿੱਚ ਵੀ ਇਹ ਸਾਰਾ ਕੁਝ ਵਾਪਰਿਆ। ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਘਟਨਾਕ੍ਰਮ ਦੇ ਕੀ ਨਤੀਜੇ ਸਾਹਮਣੇ ਆਉਂਦੇ ਨੇ ਅਤੇ ਦੋਸ਼ੀ ਦੇ ਪਾਠ ਦੇ ਵਿੱਚ ਜਾਂ ਉਹਦੇ ਭੋਗ ਦੇ ਵਿੱਚ ਜਾਂ ਉਹਦੇ ਅੰਤਿਮ ਸੰਸਕਾਰ ਜੋ ਵੀ ਹੈ ਉਹਦੇ ਵਿੱਚ ਕੀ ਰੂਪ ਰੇਖਾ ਹੋਏਗੀ। ਕਿਉਂਕਿ ਸਿੰਘ ਸਾਹਿਬਾਨ ਦੇ ਵੱਲੋਂ ਵੀ ਹੁਕਮ ਜਾਰੀ ਕਰ ਦਿੱਤਾ ਕਿ ਇੱਕ ਗੱਲ ਕਹਿ ਦਿੱਤੀ ਗਈ ਹੈ ਕਿ ਕਿਸੇ ਵੀ ਪਾਠੀ ਵੱਲੋਂ ਜਾਂ ਰਾਗੀ ਵੱਲੋਂ ਉਹਦਾ ਕੋਈ ਭੋਗ ਜਾਂ ਕੀਰਤਨ ਨਾ ਕੀਤਾ ਜਾਵੇ। ਸੋ ਬਾਕੀ ਆਉਣ ਵਾਲਾ ਸਮਾਂ ਦੱਸੇਗਾ। ਦਿਓ ਇਜਾਜ਼ਤ। ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।